ਢਾਡੀਆਂ ਦੇ ਪਿਤਾਮਾ ਆਖੇ ਜਾਂਦੇ। ਜਦੋਂ ਢਾਡੀਆਂ ਦੇ ਪਿਤਾਮਾ ਸ਼ਬਦ ਵਰਤਿਆ ਜਾਂਦਾ ਆ, ਤੇ ਖਾਸ ਕਰਕੇ ਜਿਹੜਾ ਸਾਡਾ ਪੰਜਾਬੀ ਸਾਹਿਤ ਆ ਉਹਦੇ ਵਿੱਚ, ਹਾਲਾਂਕਿ ਇਹਦੀ ਸ਼ੁਰੂਆਤ ਗੁਰੂ ਸਾਹਿਬ ਦੇ ਸਮੇਂ ਤੋਂ ਹੋ ਗਈ ਆ। ਪਹਿਲੇ ਢਾਡੀ, ਨੱਥਾ ਤੇ ਅਬਦੁੱਲਾ ਜਿਹੜੇ ਉਹ ਸਤਿਗੁਰੂ ਸਾਹਿਬ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੇ ਸਮੇਂ ਆਉਂਦੇ ਨੇ, ਜਿਨ੍ਹਾਂ ਨੂੰ ਭਾਈ ਬਿਧੀ ਚੰਦ ਸ਼ੀਨਾ, ਗੁਰੂ ਕਾ ਸੀਨਾ, ਉਹ ਲੈ ਕੇ ਆਉਂਦੇ ਆ ਆਪਣੇ ਨਗਰ ਸੁਰ ਸਿੰਘ ਤੋਂ। ਇਹ ਉਹ ਸਮਾਂ ਸੀ ਜਦੋਂ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸ਼ਹਾਦਤ ਦਾ ਜਾਮ ਪੀ ਜਾਂਦੇ, ਤੇ ਉਹਨਾਂ ਤੇ ਮਗਰੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਹੁਣ ਸੇਲੀ ਟੋਪੀ ਦਾ ਨਹੀਂ, ਦਸਤਾਰ ਦਾ ਵੇਲਾ ਆ ਗਿਆ ਹੈ। ਹੁਣ ਸਰੰਦੇ ਦੇ ਨਾਲ ਨਾਲ ਸ਼ਸਤਰ ਦੇ ਮੁੱਠ ਦੇ ਉੱਤੇ ਵੀ ਜਿਹੜਾ ਵਾ ਉਹ ਹੱਥ ਜਿਹੜਾ ਉਹ ਹੁਣ ਸ਼ਸਤਰ ਚੁੱਕਣਾ ਵੀ ਜਾਇਜ਼ ਆ, ਕਿਉਂਕਿ ਹੁਣ ਸਾਡੀ ਰੂਹ, ਸਾਡੀ ਆਤਮਾ ਨੂੰ ਤਤੀਆਂ ਤੋਂ ਤਵੀਆਂ ਉੱਤੇ ਬਿਠਾ ਕੇ, ਲੋਹਾਂ ਉੱਤੇ ਤਪਾ ਕੇ ਸ਼ਹੀਦ ਕਰ ਦਿੱਤਾ ਗਿਆ। ਇਸ਼ਾਰਾ ਸੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਹਾਦਤ ਦੇ ਵੱਲ। ਹੁਣ ਇਹ ਦੋ, ਢਾਡੀ ਨੱਥਾ ਤੇ ਭਾਈ ਅਬਦੁੱਲਾ, ਇਹਨਾਂ ਦੋਵਾਂ ਨੂੰ ਲਿਆਂਦਾ ਗਿਆ, ਤੇ ਉਹ ਵਾਰ ਆਪਾਂ ਚੰਗੀ ਤਰ੍ਹਾਂ ਸਾਰੇ ਜਾਣਦੇ ਆ ਕਿ ਦੋ ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ, ਇੱਕ ਅਜ਼ਮਤ ਦੀ, ਇੱਕ ਰਾਜ਼ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਤੇ ਜਿਹਦੇ ਵਿੱਚ ਜਹਾਂਗੀਰ ਦੀ ਦਸਤਾਰ ਤੱਕ ਨੂੰ, ਵਕਤ ਦਾ ਬਾਦਸ਼ਾਹ ਹੈ ਜਹਾਂਗੀਰ, ਤੇ ਉਹਦੀ ਦਸਤਾਰ ਨੂੰ ਵੀ ਚੈਲੰਜ ਕੀਤਾ ਜਾਂਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਪੱਗ ਤੇ ਤੁਹਾਡੀ ਆ ਜੀ, ਪੱਗ ਤੇਰੀ ਕੀ ਜਹਾਂਗੀਰ ਦੀ, ਤੁਹਾਡੇ ਸਾਹਮਣੇ ਉਹਦੀ ਕੀ ਮਜਾਲ ਹੈ। ਅੱਜ ਢਾਡੀਆਂ ਦੇ ਪਿਤਾਮਾ ਗਿਆਨੀ ਸੋਹਣ ਸਿੰਘ ਜੀ ਸ਼ੀਤਲ ਸਾਹਿਬ, ਉਹਨਾਂ ਦਾ ਅੱਜ ਦੇ ਦਿਨ 7 ਅਗਸਤ 1919 ਵਾਲੇ ਦਿਨ ਉਹਨਾਂ ਦਾ ਜਨਮ ਜਿਹੜਾ ਵਾ ਉਹ ਪਿੰਡ ਕਾਦੀਵਿੰਡ, ਤਹਿਸੀਲ ਕਸੂਰ, ਜ਼ਿਲ੍ਹਾ ਲਾਹੌਰ, ਪਾਕਿਸਤਾਨ ਵਿਖੇ, ਉਹਨਾਂ ਦੀ ਮਾਤਾ ਦਾ ਨਾਂ ਸਰਦਾਰਨੀ ਦਿਆਲ ਕੌਰ ਤੇ ਪਿਤਾ ਦਾ ਨਾਂ ਸਰਦਾਰ ਖੁਸ਼ਹਾਲ ਸਿੰਘ ਪੰਨੂ, ਜਿਨ੍ਹਾਂ ਦੇ ਗ੍ਰਹਿ ਵਿਖੇ ਸੋਹਣ ਸਿੰਘ ਜੀ ਸ਼ੀਤਲ ਸਾਹਿਬ ਉਹਨਾਂ ਦਾ ਜਨਮ ਹੋਇਆ। ਉਹਨਾਂ ਦੀਆਂ ਲਿਖਤਾਂ, ਉਹਨਾਂ ਦਾ ਇਤਿਹਾਸ ਉਹ ਮਜਬੂਰ ਕਰਦਾ ਹੈ ਇਸ ਕਰਕੇ ਕਿ ਇਸ ਰੰਗ ਰਤੜੇ ਨੇ ਜਿੱਥੇ ਹੋਰ ਕੁਝ ਗੀਤ, ਕੁਝ ਕਵਿਤਾਵਾਂ ਲਿਖੀਆਂ, ਉੱਥੇ ਇਤਿਹਾਸ ਦੀ ਬਾਕਮਾਲ ਜਾਣਕਾਰੀ ਇਹਨਾਂ ਦੇ ਪਾਸ ਸੀ। ਇਸ ਕਰਕੇ ਉਹਨਾਂ ਦੇ ਆਪਾਂ ਜਨਮ ਦਿਨ ਦੇ ਉੱਤੇ ਆਪ ਸਾਰੇ ਹੀ ਜਿਹੜੇ ਖਾਸ ਕਰਕੇ ਢਾਡੀ ਜਾਂ ਕਵਿਤਾਵਾਂ ਨੂੰ ਜਾਂ ਕਾਵ ਸਾਹਿਤ ਨੂੰ ਪਿਆਰ ਕਰਦੇ ਨੇ, ਮੈਂ ਬਹੁਤ ਬਹੁਤ ਵਧਾਈਆਂ ਦਿੰਦਾ ਹਾਂ। ਤੇ ਗਿਆਨੀ ਸੋਹਣ ਸਿੰਘ ਜੀ ਸ਼ੀਤਲ, ਜਿਨ੍ਹਾਂ ਦਾ 7 ਅਗਸਤ 1909 ਵਾਲੇ ਦਿਨ ਜਨਮ ਹੁੰਦਾ ਹੈ, ਆਪ ਜੀ ਨੇ ਪਿੰਡ ਦੇ ਹੀ ਗ੍ਰੰਥੀ ਸਿੰਘ ਦੇ ਪਾਸੋਂ ਪੰਜਾਬੀ ਪੜ੍ਹਨੀ ਜਿਹੜੀ ਆਪਣੇ ਬਚਪਨ ਵਿੱਚ ਸ਼ੁਰੂ ਕੀਤੀ ਸੀ। ਫਿਰ 14 ਸਾਲ ਦੀ ਉਮਰੇ ਸੰਨ 1923 ਵਿੱਚ ਲਾਗਲੇ ਪਿੰਡ ਵਰਨ ਦੇ ਸਕੂਲ ਵਿੱਚ ਦਾਖਲ ਹੋ ਗਏ। ਆਪ ਜੀ ਦੀ ਪੜ੍ਹਾਈ ਕਾਫੀ ਹੌਲੀ ਹੌਲੀ ਚੱਲੀ, ਇਸੇ ਕਾਰਨ ਆਪ ਨੇ 21 ਸਾਲ ਦੀ ਉਮਰੇ ਸਾਲ 1930 ਵਿੱਚ ਗੌਰਮੈਂਟ ਹਾਈ ਸਕੂਲ ਕਸੂਰ ਤੋਂ ਫਸਟ ਡਿਵੀਜ਼ਨ ਵਿੱਚ 10ਵੀਂ ਪਾਸ ਕੀਤੀ। ਤਕਰੀਬਨ 21 ਸਾਲਾਂ ਦੀ ਉਮਰ ਵਿੱਚ ਜਾ ਕੇ ਤੇ ਫਿਰ 10ਵੀਂ ਪਾਸ ਕੀਤੀ। 1931 ਵਿੱਚ ਆਪ ਜੀ ਦੇ ਪਿਤਾ ਜੀ ਸਰਦਾਰ ਖੁਸ਼ਹਾਲ ਸਿੰਘ ਪੰਨੂ ਉਹ ਅਕਾਲ ਚਲਾਣਾ ਕਰ ਗਏ, ਅਤੇ ਫਿਰ 1933 ਈਸਵੀ ਵਿੱਚ ਆਪ ਨੇ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਗਿਆਨੀ ਦੀ ਪ੍ਰੀਖਿਆ ਪਾਸ ਕੀਤੀ। ਪਰ ਗਿਆਨੀ ਸੋਹਣ ਸਿੰਘ ਜੀ ਸ਼ੀਤਲ ਸਾਹਿਬ, ਉਹਨਾਂ ਦੀ ਜਿਹੜੀ ਸਾਹਿਤਕ ਰੁਚੀ ਆ ਉਹ 12 ਸਾਲਾਂ ਦੀ ਉਮਰ ਵਿੱਚ ਹੀ ਜਿਹੜੀ ਆ ਉਹ ਛਲਕਣੀ ਸ਼ੁਰੂ ਹੋ ਗਈ ਸੀ। ਆਪ ਜੀ ਨੇ ਸਕੂਲ ਦੇ ਜੀਵਨ ਵਿੱਚ ਹੀ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਸੀ। ਉਹਨਾਂ ਦਿਨਾਂ ਵਿੱਚ ਅਕਾਲੀ ਅਖਬਾਰ ਬਹੁਤ ਪ੍ਰਚਲਿਤ ਤੇ ਬੜਾ ਪ੍ਰਸਿੱਧ ਸੀ। 1924 ਵਿੱਚ ਆਪ ਜੀ ਦੀ ਕਵਿਤਾ ਪਹਿਲੀ ਵਾਰੀ ਅਕਾਲੀ, ਉਸ ਕਵਿਤਾ ਦਾ ਨਾਮ ਹੀ ਅਕਾਲੀ ਸੀ, ਤੇ ਉਹ ਅਕਾਲੀ ਅਖਬਾਰ ਵਿੱਚ ਛਪੀ ਤੇ ਬਹੁਤ ਸਲਾਹੀ ਗਈ ਸੀ, ਬਹੁਤ ਸਲਾਹੀ ਗਈ। ਉਸ ਵੇਲੇ ਬੜੀ ਸ਼ਲਾਘਾ ਸਾਰਿਆਂ ਨੇ ਇਸ ਛਪੀ ਹੋਈ ਕਵਿਤਾ ਦੀ ਜਿਹੜੀ ਆ ਉਹ ਕੀਤੀ ਆ। 1927 ਵਿੱਚ ਆਪ ਜੀ ਦੀ ਕਵਿਤਾ ਕੁਦਰਤ ਰਾਣੀ, ਕਲਕੱਤੇ ਤੋਂ ਇੱਕ ਰਸਾਲਾ ਛਪਿਆ ਕਰਦਾ ਸੀ ਕਵੀ, ਉਹਦੇ ਵਿੱਚ ਛਪੀ। ਬਾਅਦ ਵਿੱਚ ਇਹ ਕਵਿਤਾ ਆਪ ਨੇ ਕਵਿਤਾਵਾਂ ਦੇ ਸੰਗ੍ਰਹਿ ਸੱਜਰੇ ਹੰਝੂ ਵਿੱਚ ਸ਼ਾਮਲ ਕੀਤੀ। ਸਾਲ 1932 ਦੇ ਦੌਰਾਨ ਆਪ ਨੇ ਕੁਝ ਕਹਾਣੀਆਂ ਵੀ ਲਿਖੀਆਂ ਜੋ ਮਾਸਿਕ ਪੱਤਰਕਾਵਾਂ ਛਪਦੀਆਂ ਨੇ, ਉਹਨਾਂ ਦੇ ਵਿੱਚ ਉਹ ਛਪਿਆ ਕਰਦੀਆਂ ਸਨ ਤੇ ਬਹੁਤ ਮਕਬੂਲ ਵੀ ਹੁੰਦੀਆਂ। ਇਹਨਾਂ ਵਿੱਚ ਆਪ ਜੀ ਦੀਆਂ ਕਹਾਣੀਆਂ ਕਦਰਾਂ ਬਦਲ ਗਈਆਂ, ਅਜੇ ਦੀਵਾ ਬਲ ਰਿਹਾ ਸੀ ਅਤੇ ਜੇਬ ਕੱਟੀ ਗਈ ਵਿਸ਼ੇਸ਼ ਜ਼ਿਕਰਯੋਗ ਹਨ। 10 ਸਤੰਬਰ 1927 ਵਾਲੇ ਦਿਨ ਗਿਆਨੀ ਸੋਹਣ ਸਿੰਘ ਸ਼ੀਤਲ ਜੀ, ਉਹਨਾਂ ਦਾ ਆਨੰਦ ਕਾਰਜ ਬੀਬੀ ਕਰਤਾਰ ਕੌਰ ਜੀ ਦੇ ਨਾਲ ਹੁੰਦਾ ਹੈ। ਆਪ ਜੀ ਦੇ ਗ੍ਰਹਿ ਸਤਿਗੁਰੂ ਜੀ ਨੇ 3 ਪੁੱਤਰਾਂ ਤੇ ਇੱਕ ਬੇਟੀ ਦੀ ਦਾਤ ਵੀ ਬਖਸ਼ਿਸ਼ ਕੀਤੀ। 1935 ਈਸਵੀ ਵਿੱਚ ਆਪ ਜੀ ਨੇ ਆਪਣਾ ਇੱਕ ਢਾਡੀ ਜਥਾ ਬਣਾ ਕੇ ਢਾਡੀ ਵਾਰਾਂ ਦੇ ਗਾਇਨ ਰਾਹੀਂ ਕੌਮ ਦੀ ਸੇਵਾ ਸ਼ੁਰੂ ਕੀਤੀ। ਕਾਦੀਵਿੰਡ ਤੋਂ ਥੋੜ੍ਹੀ ਦੂਰ ਤੇ ਨਗਰ ਲਲਿਆਣੀ ਵਿਖੇ ਆਪ ਜੀ ਨੇ ਇੱਕ ਮੁਸਲਮਾਨ ਬਜ਼ੁਰਗ ਬਾਬਾ ਚਿਰਾਗਦੀਨ ਪਾਸੋਂ ਢੱਡ ਤੇ ਸਾਰੰਗੀ ਦੀ ਸਿਖਲਾਈ ਲਈ। ਇਹ ਗੱਲਾਂ ਜਿਹੜੀਆਂ ਸਾਨੂੰ ਸਮਝਣੀਆਂ ਚਾਹੀਦੀਆਂ ਅਜੋਕੇ ਸਮੇਂ ਦੇ ਵਿੱਚ, ਕਿ ਜਿਹੜੀ ਮੁਹਾਰਤ ਕਿਸੇ ਨੂੰ ਹਾਸਲ ਆ, ਹੁਣ ਅੱਜ ਤੰਤੀ ਸਾਜ਼ਾਂ ਦਾ
ਅਜੋਕੇ ਸਮੇਂ ਦੇ ਵਿੱਚ ਦੁਬਾਰਾ ਜਿਹੜਾ ਪਿਛਲੇ ਦਿਨੀ ਇੱਕ ਵਿਵਾਦ ਬਣਿਆ ਰਿਹਾ ਸੋਸ਼ਲ ਮੀਡੀਆ ਦੇ ਉੱਤੇ ਕਿ ਕੀਰਤਨ ਤੰਤੀ ਸਾਜ਼ਾਂ ਦੇ ਨਾਲ ਹੋਣਾ ਚਾਹੀਦਾ ਆ। ਪਰ ਸਵਾਲ ਤੇ ਇਹ ਹੈ ਨਾ ਕਿ ਤੰਤੀ ਸਾਜ਼ਾਂ ਵਾਲਾ ਕੀਰਤਨ ਬੰਦ ਕਦੋਂ ਕੀਤਾ ਗਿਆ? ਤੰਤੀ ਸਾਜ਼ਾਂ ਵਾਲਾ ਕੀਰਤਨ ਬੰਦ ਕਿਵੇਂ ਹੋਇਆ? ਉਹ ਤੇ ਬੰਦ ਹੀ ਨਹੀਂ ਸੀ ਹੋਣਾ ਚਾਹੀਦਾ। ਤੇ ਹੁਣ ਇੱਕਦਮ ਜਦੋਂ ਅਸੀਂ ਇਹ ਗੱਲ ਕਹਿ ਰਹੇ ਹਾਂ ਕਿ ਦੁਬਾਰਾ ਜੀ ਬਸ 2-3 ਸਾਲਾਂ ਦੇ ਵਿੱਚ ਵਾਜਾ ਅੰਦਰ ਦਿਸੇਗਾ ਨਹੀਂ ਜੀ, ਹਾਰਮੋਨੀਅਮ ਸੱਚਖੰਡ ਹਰਿਮੰਦਰ ਸਾਹਿਬ ਦੇ ਅੰਦਰ ਦਿਸੇਗਾ ਨਹੀਂ, ਉਹਦੇ ਵਾਸਤੇ ਸਾਡੇ ਕੋਲ ਬੈਕਅਪ ਹੈ ਪਿਛਲੇ ਪਾਸੇ। ਜਿਹੜੇ ਵਿਦਿਆਲੇ ਨੇ ਜਾਂ ਜਿਹੜੇ ਕਾਲਜ ਨੇ ਜਿਨ੍ਹਾਂ ਦੇ ਵਿੱਚ ਵਿਦਿਆਰਥੀਆਂ ਨੂੰ ਸਿੱਖ ਸਟੂਡੈਂਟ ਜਿਹੜੇ ਪੜ੍ਹਦੇ ਆ ਪਲੱਸ 2 ਪਾਸ ਕਰਨ ਤੋਂ ਬਾਅਦ ਪੰਜਾਬ ਦੀ ਧਰਤੀ ਦੇ ਜਾਂ ਪੰਜਾਬ ਤੋਂ ਬਾਹਰ ਸਮੁੱਚੇ ਦੇਸ਼ ਦੇ ਵਿੱਚ ਜਿਹੜੇ ਵਿਦਿਆਲੇ ਥਾਂ ਥਾਂ ਤੇ ਖੁੱਲੇ ਹੋਏ ਆ, ਕਿ ਉਹਨਾਂ ਦੇ ਵਿੱਚ ਪ੍ਰੋਪਰ ਸਿਖਲਾਈ ਅਸੀਂ ਦੇ ਰਹੇ ਹਾਂ ਵਿਦਿਆਰਥੀਆਂ ਨੂੰ? ਕਿੰਨੇ ਵਿਦਿਆਰਥੀ ਐਸੇ ਜਿਹੜੇ ਗੁਰਬਾਣੀ ਦੀ ਸੰਥਿਆ ਕਰਦੇ ਆ ਵੱਖ-ਵੱਖ ਜਥੇਬੰਦੀਆਂ ਦੇ ਵਿਦਿਆਲਿਆਂ ਦੇ ਵਿੱਚ, ਤੇ ਸੰਥਿਆ ਕਰਨ ਤੋਂ ਬਾਅਦ ਗੁਰਬਾਣੀ ਸਿੱਖ ਲੈਣ ਤੋਂ ਬਾਅਦ ਕਿੰਨਾ ਸਮਾਂ ਆਪਣਾ ਪਲੱਸ 2 ਤੋਂ ਬਾਅਦ 3-4 ਸਾਲ ਲਾ ਕੇ 5 ਸਾਲ ਲਾ ਕੇ ਤੇ ਫਿਰ ਜਦੋਂ ਉਹ ਬੰਦਾ ਨੌਕਰੀ ਭਾਲਣ ਵਾਸਤੇ ਜਾਂਦਾ ਹੈ ਤੇ ਉਦੋਂ ਉਹਨੂੰ ਨੌਕਰੀ ਵੀ ਨਹੀਂ ਕਿਸੇ ਪਾਸੇ ਮਿਲਦੀ। ਤੰਤੀ ਸਾਜ਼ ਬੜੀ ਚੰਗੀ ਗੱਲ ਆ, ਸਾਡੇ ਸਤਿਗੁਰੂ ਸਾਹਿਬ ਮਹਾਰਾਜ ਜੀਆਂ ਨੇ ਉਸ ਸਮੇਂ ਦੇ ਸਾਜ਼ਾਂ ਨੂੰ ਅਪਣਾਇਆ ਤੇ ਸਾਨੂੰ ਚਾਹੀਦਾ ਹੈ ਕਿ ਉਹ ਅਸੀਂ ਉਸੇ ਤਰ੍ਹਾਂ ਰਹੁ ਰੀਤ ਨੂੰ ਬਰਕਰਾਰ ਰੱਖੀਏ। ਪਰ ਇਹਦਾ ਭਾਵ ਇਹ ਨਹੀਂ ਆ ਜੋ ਚੱਲ ਰਿਹਾ ਉਹਨੂੰ ਇੱਕਦਮ ਬੰਦ ਕਰਕੇ ਆਪਾਂ ਜਿਹੜੇ ਤੰਤੀ ਸਾਜ਼ਾਂ ਨਾਲ ਕੀਰਤਨ ਕਰ ਰਹੇ ਨੇ ਉਹਨਾਂ ਦੀਆਂ ਤਨਖਾਹਾਂ ਵਧਾ ਦਿੱਤੀਆਂ ਜਾਣ, ਉਹਨਾਂ ਨੂੰ ਹੋਰ ਉੱਚੇ ਗ੍ਰੇਡ ਦੇ ਦਿੱਤੇ ਜਾਣ। ਜਦੋਂ ਉਹਨਾਂ ਦਾ ਮਾਣ ਸਨਮਾਨ ਹੋਣਾ ਸ਼ੁਰੂ ਹੋ ਗਿਆ, ਜਦੋਂ ਉਹ ਥਾਂ ਥਾਂ ਤੇ ਪ੍ਰੋਗਰਾਮ ਕਰਨ ਲੱਗ ਪਏ, ਸੰਗਤਾਂ ਦੇ ਵਿੱਚ ਮਕਬੂਲ ਹੋ ਗਏ, ਸੰਗਤਾਂ ਉਹਨਾਂ ਨੂੰ ਪ੍ਰੇਮ ਕਰਨ ਲੱਗ ਪਈਆਂ, ਤੇ ਦੂਜਿਆਂ ਨੂੰ ਆਪੇ ਸਮੇਂ ਦੀ ਲੋੜ ਦੇ ਮੁਤਾਬਕ ਵਾਪਸ ਮੁੜਨਾ ਪਵੇਗਾ। ਕਿਉਂਕਿ ਅੱਜ ਅਸੀਂ ਢਾਡੀ ਸੋਹਣ ਸਿੰਘ ਜੀ ਸ਼ੀਤਲ ਸਾਹਿਬ ਉਹਨਾਂ ਦਾ ਜੇ ਜਨਮ ਦਿਨ ਮਨਾ ਰਹੇ ਹਾਂ, ਉਹਦੇ ਸੰਬੰਧੀ ਵਿਚਾਰ ਕਰ ਰਹੇ ਹਾਂ, ਤੇ ਇਹ ਵੀ ਗੱਲ ਸਾਨੂੰ ਵੇਖਣੀ ਪੈਗੀ ਅੱਜ ਸਾਡੇ ਢਾਡੀ ਸਿੰਘ ਜਿਹੜੇ ਨੇ, ਜਿਹੜੇ ਢੱਡ ਦੇ ਨਾਲ ਸਾਰੰਗੀ ਦੇ ਨਾਲ ਵਾਰਾਂ ਗਾਇਆ ਕਰਦੇ ਆ, ਥੋੜਾ ਇਧਰਲੇ ਪਾਸੇ ਵੀ ਝਾਤੀ ਮਾਰਨ ਦਾ ਯਤਨ ਕਰੀਏ। ਕਿੰਨੇ ਸਾਡੇ ਢਾਡੀ ਜਥੇ ਨੇ ਜਿਹੜੇ ਅਜੋਕੇ ਸਮੇਂ ਦੇ ਵਿੱਚ ਉਹਨਾਂ ਨੂੰ ਢੱਡ ਸਾਰੰਗੀ ਛੱਡ ਕੇ ਤੇ ਅਜੋਕੇ ਸਮੇਂ ਦੇ ਜਿਹੜੇ ਸਾਜ਼ ਨੇ ਉਹਨਾਂ ਦੇ ਨਾਲ ਗਾਉਣਾ ਜਿਹੜਾ ਉਹ ਸ਼ੁਰੂ ਕਰਨਾ ਪਿਆ। ਇਹ ਤੇ ਸਾਡੇ ਸਾਹਮਣੇ ਆ ਨਾ ਚੀਜ਼। ਇਹ ਚੀਜ਼ ਅਸੀਂ ਵੇਖ ਰਹੇ ਹਾਂ ਕਿ ਸਮੇਂ ਦੇ ਨਾਲ ਉਹ ਬਦਲ ਰਹੇ ਨੇ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਲੋਕ ਇਹ ਚੀਜ਼ ਸੁਣ ਰਹੇ ਆ, ਲੋਕ ਇਸ ਚੀਜ਼ ਨੂੰ ਸੁਣਦੇ ਨੇ। ਹੁਣ ਆਪਣੇ ਇਸ ਵਿਰਸੇ ਨੂੰ ਸੰਭਾਲ ਕੇ ਰੱਖਣ ਦੇ ਲਈ, ਆਪਣੇ ਜਿਹੜਾ ਪੀੜ੍ਹੀ ਦਰ ਪੀੜ੍ਹੀ ਸਾਡਾ ਚੱਲਦਾ ਆ ਰਿਹਾ ਹੈ ਸਿਸਟਮ, ਉਹਨੂੰ ਬਰਕਰਾਰ ਰੱਖਣ ਦੇ ਲਈ ਆਪਣੇ ਢਾਡੀਆਂ, ਆਪਣੇ ਰਾਗੀਆਂ, ਆਪਣੀਆਂ ਗ੍ਰੰਥੀਆਂ, ਆਪਣੀਆਂ ਪ੍ਰਚਾਰਕਾਂ ਦੀ ਸਾਨੂੰ ਅੱਜ ਸੰਭਾਲ ਕਰਨੀ ਪਵੇਗੀ। ਜੇ ਨਹੀਂ ਕਰਾਂਗੇ ਤੇ ਤਮਾਮ ਰਾਗੀ ਸਿੰਘ ਨੇ ਜਿਹੜੇ ਉਹ ਛੱਡ ਕੇ ਇਧਰਲੇ ਪਾਸਿਓਂ ਤੁਰ ਪਏ ਦੂਸਰੇ ਪਾਸੇ। ਕੋਈ ਭੇਟਾਵਾਂ ਗਾ ਰਿਹਾ, ਕੋਈ ਕੁਛ ਗਾ ਰਿਹਾ, ਕੋਈ ਕੁਛ ਗਾ ਰਿਹਾ। ਉਹਨਾਂ ਕੋਈ ਬਹੁਤਾ ਵੱਡਾ ਮਾਰਕਾ ਨਹੀਂ ਮਾਰਿਆ, ਪਰ ਸਾਨੂੰ ਵੀ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨਾ ਪਵੇਗਾ ਕਿ ਅਸੀਂ ਕਿੰਨਾ ਕੁ ਮਾਣ ਸਨਮਾਨ ਉਹਨਾਂ ਦਾ ਕਰ ਰਹੇ ਹਾਂ। ਇੱਕ ਬੇਨਤੀ ਇਹਦੇ ਨਾਲ ਜੁੜੀ ਹੋਈ ਮੈਂ ਹੋਰ ਕਰਦੇ ਹਾਂ। ਪਿਛਲੇ ਦਿਨੀ ਇੱਕ ਤਖਤ ਸਾਹਿਬ ਤੋਂ ਇਹ ਆਵਾਜ਼ ਜਿਹੜੀ ਆ ਉਹ ਦਿੱਤੀ ਜਾਂਦੀ ਆ ਜੀ, ਜਿਹੜੇ ਰਾਗੀ ਸਿੰਘ ਨੇ ਉਹ ਫਿਲਮੀ ਧੁਨਾਂ ਦੇ ਵਿੱਚ ਕੀਰਤਨ ਕਰਦੇ ਆ। ਉਹ ਫਿਲਮੀ ਧੁਨਾਂ ਦੇ ਵਿੱਚ, ਤੇ ਕੇਵਲ ਇੱਥੇ ਹੀ ਨਹੀਂ, ਉੱਥੇ ਬੋਲਣ ਵਾਲੇ ਬੁਲਾਰੇ ਨੇ ਨਾਲ ਉਹ ਗਾਣਾ ਵੀ ਬੋਲ ਕੇ ਸੰਗਤ ਦੇ ਵਿੱਚ ਇਤਿਹਾਸ ਦੀ ਕਥਾ ਕਰਦਿਆਂ ਹੋਇਆ ਉਹ ਗੀਤ ਵੀ ਬੋਲ ਕੇ ਦੱਸਿਆ ਜੀ ਇਸ ਗੀਤ ਦੇ ਉੱਤੇ ਧੁਨਾਂ ਵਜਾਈਆਂ ਜਾਂਦੀਆਂ ਨੇ। ਤੇ ਭਾਈ ਉਸ ਧੁਨ ਦੇ ਉੱਤੇ ਸੁਣਾਈ ਤੇ ਗੁਰਬਾਣੀ ਆ, ਕੀਰਤਨ ਤੇ ਗੁਰਬਾਣੀ ਦਾ ਹੀ ਹੋਇਆ ਹੈ ਨਾ। ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ 22 ਵਾਰਾਂ ਨੇ, ਤੇ 22 ਵਾਰਾਂ ਦੇ ਵਿੱਚੋਂ ਕੁਝ ਵਾਰਾਂ ਦੇ ਨਾਲ ਸਤਿਗੁਰੂ ਸਾਹਿਬ ਮਹਾਰਾਜ ਨੇ ਧੁਨੀਆਂ ਦੱਸੀਆਂ ਨੇ ਕਿ ਇਹ ਫਲਾਣੀ ਵਾਰ ਫਲਾਣੀ ਧੁਨ ਦੇ ਉੱਤੇ ਗਾਈ ਜਾਣੀ ਹੈ। ਸਭ ਤੋਂ ਪ੍ਰਚਲਿਤ ਹਰ ਰੋਜ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਵਾਜ਼ ਆਸਾ ਕੀ ਵਾਰ ਦੀ ਆਉਂਦੀ ਹੈ, ਸ੍ਰੀ ਬੰਗਲਾ ਸਾਹਿਬ ਤੋਂ ਆਉਂਦੀ ਹੈ, ਵੱਖ-ਵੱਖ ਪਿੰਡਾਂ ਨਗਰਾਂ ਮੁਹੱਲਿਆਂ ਦੇ ਗੁਰਦੁਆਰਿਆਂ ਚੋਂ ਆਵਾਜ਼ ਆਉਂਦੀ ਹੈ ਆਸਾ ਕੀ ਵਾਰ ਦੀ। ਤੇ ਕੀ ਪੜਿਆ ਜਾਂਦਾ ਹੈ? ਟੁੰਡੈ ਅਸ ਰਾਜੈ ਕੀ ਧੁਨੀ। ਕਿਸ ਧੁਨ ਦੇ ਉੱਤੇ ਗਾਉਣਾ ਹੈ ਉਹਨੂੰ? ਕਿਸ ਧੁਨ ਦੇ ਉੱਤੇ ਗਾਉਣਾ ਆ? ਟੁੰਡਾ ਅਸਰਾਜ ਕੀ ਧੁਨੀ। ਜਿਸ ਧੁਨ ਦੇ ਵਿੱਚ ਉਸ ਵੇਲੇ ਜਦੋਂ ਟੁੰਡਾ ਅਸਰਾਜ ਉਹ ਰਾਜਾ ਹੋਇਆ ਹੈ, ਜਿਹਨੂੰ ਖੂਹ ਵਿੱਚ ਸੁੱਟ ਦਿੱਤਾ ਗਿਆ, ਤੇ ਆਪਣੇ ਪਿਤਾ ਦੀ ਫਿਰ ਉਹ ਮਦਦ ਕਰਦਾ ਆ ਬਾਅਦ ਵਿੱਚ। ਉਹ ਇੱਕ ਲੰਮੀ ਦਾਸਤਾਨ ਆ, ਉਹ ਵੱਖਰੀ ਆ, ਪਰ ਉਹਦਾ ਬੜਾ ਨਾਂ ਸੀ ਉਸ ਵੇਲੇ, ਉਹਦੀਆਂ ਵਾਰਾਂ ਲੋਕ ਗਾਇਆ ਕਰਦੇ ਸਨ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਵੇਲੇ ਦੀ ਪ੍ਰਚਲਿਤ ਧੁਨ ਸੀ ਜਿਹੜੀ ਵਾਰ ਗਾਉਣ ਦੀ, ਉਹਦੇ ਵਿੱਚ ਸਤਿਗੁਰੂ ਸਾਹਿਬ ਮਹਾਰਾਜ ਲਿਖ ਕੇ ਦਿੱਤਾ ਨਾਲ ਕਿ ਇਹਨੂੰ ਕਿਵੇਂ ਗਾਉਣਾ। ਟੁੰਡੇ ਅਸਰਾਜ ਕੀ ਧੁਨੀ। ਰੱਬੀ ਬਾਣੀ ਚ ਆਪਾਂ ਪੜ੍ਹਦੇ ਹਾਂ, ਲੱਲਾ ਬਹਿਲੀਮਾ ਕੀ ਧੁਨ ਗਾਵਣੀ।
ਇਹ ਸਾਨੂੰ ਥੋੜ੍ਹਾ ਜਿਹਾ ਇਹਨਾਂ ਚੀਜ਼ਾਂ ਨੂੰ ਸੋਚਣਾ ਚਾਹੀਦਾ। ਜੇ ਕੋਈ ਕੀਰਤਨ ਕਰ ਰਿਹਾ, ਉਸ ਅਕਾਲ ਪੁਰਖ ਵਾਹਿਗੁਰੂ ਦੀ ਉਸਤਤ ਕਰ ਰਿਹਾ, ਤੇ ਸੰਤ ਸਿੰਘ ਜੀ ਮਸਕੀਨ ਸਾਹਿਬ, ਉਹਨਾਂ ਨੇ ਆਪਣੀ ਇੱਕ ਵੀਡੀਓ ਦੇ ਵਿੱਚ, ਉਹਨਾਂ ਦੀ ਵੀਡੀਓ ਮਿਲ ਜਾਂਦੀ ਕਥਾ ਵਿੱਚ, ਗੱਲ ਕਰਦੇ ਆ, ਉਹਨਾਂ ਨੇ ਇਹ ਗੱਲ ਕਹੀ ਕਿ ਸੁਣਾਈ ਤੇ ਗੁਰਬਾਣੀ ਜਾ ਰਹੀ ਹੈ ਨਾ, ਹੁਣ ਕੀਰਤਨ ਤੇ ਸੱਤਾਂ ਸੁਰਾਂ ਦੇ ਸੁਮੇਲ, ਉਹਦੇ ਉਹ ਰਾਗ ਤੇ ਉਹਦੇ ਚੋਂ ਨਿਕਲਣੇ ਨੇ ਸਾਰੇ, ਰਾਗ ਤੇ ਉਹਦੇ ਚੋਂ ਨਿਕਲਣੇ ਨੇ। ਉਹਦੇ ਚ ਕੋਈ ਅਸ਼ਲੀਲਤਾ ਵਾਲੇ ਗੀਤ ਗਾ ਰਿਹਾ ਹੈ, ਕੋਈ ਉਹਦੇ ਵਿੱਚ ਰੋਮਾਂਟਿਕ ਗੀਤ ਗਾ ਰਿਹਾ ਹੈ, ਤੇ ਕੋਈ ਉਸੇ ਹੀ ਉਹਨਾਂ ਧੁਨਾਂ ਨੂੰ ਵਜਾ ਕੇ ਪ੍ਰਮਾਤਮਾ ਦੀ ਕੀਰਤੀ ਕਰ ਰਿਹਾ ਹੈ, ਤੇ ਅਸੀਂ ਆਪਣੇ ਹੀ ਪ੍ਰਚਾਰਕਾਂ ਨੂੰ, ਆਪਣੇ ਹੀ ਰਾਗੀਆਂ ਨੂੰ ਡੀਮੋਟੀਵੇਟ ਕਰ ਰਹੇ ਹਾਂ, ਬਜਾਏ ਉਹਨਾਂ ਦੀ ਹੌਸਲਾ ਅਫਜ਼ਾਈ ਕਰਨ ਦੇ। ਹੁਣ ਇੱਕ ਤੁਕ ਆਪਾਂ ਰੋਜ਼ਾਨਾ ਪੜ੍ਹਦੇ, ਮੈਂ ਆਪਣੇ ਵਿਸ਼ੇ ਵੱਲ ਵਾਪਸ ਮੁੜਨਾ ਹੈ। ਇੱਕ ਆਪਾਂ ਰੋਜ਼ਾਨਾ ਅਰਦਾਸ ਕਰਦੇ ਹਾਂ, ਬੜੇ ਧਿਆਨ ਦੇ ਨਾਲ ਸੁਣਿਓ, ਜਿੰਨੇ ਆਪ ਜੀ ਸੁਣ ਰਹੇ ਹੋ ਜ਼ਰੂਰ ਆਪ ਨੂੰ ਗੱਲ ਸਮਝ ਵਿੱਚ ਪਵੇਗੀ। ਅਰਦਾਸ ਕਰਦੇ ਹਾਂ ਆਪਾਂ ਜਦੋਂ ਵੀ ਸੰਗਤੀ ਰੂਪ ਵਿੱਚ ਗੁਰਦੁਆਰਾ ਸਾਹਿਬ ਜਾਂ ਕਿਸੇ ਦੀਵਾਨ ਦੀ ਸਮਾਪਤੀ ਹੁੰਦੀ ਆ। ਹੁਣ ਮੈਨੂੰ ਖਿਮਾ ਕਰਿਓ, ਮੈਂ ਇਹ ਗੱਲ ਨਾਲ ਦੱਸਣ ਲੱਗਾ ਕਿ ਉਹ ਜਿਹੜੀ ਧੁਨ ਆ, ਇਸ ਜਿਹੜਾ ਆਪਾਂ ਸ਼ਬਦ ਪੜ੍ਹਦੇ ਆ, ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ। ਹੁਣ ਇਹ ਬਹੁਤ ਪ੍ਰਚਲਿਤ ਹੋ ਚੁੱਕੀ ਆ, ਹਰ ਥਾਂ ਤੇ ਅਰਦਾਸ ਇਵੇਂ ਹੀ ਸ਼ੁਰੂ ਹੁੰਦੀ ਆ, ਤਕਰੀਬਨ ਇਵੇਂ ਹੁੰਦੀ ਆ। ਹਾਂ, ਕੋਈ ਵਿਰਲਾ ਟਾਵਾਂ ਸਿੰਘ ਅਰਦਾਸੀਆ ਜਿਹੜਾ ਉਹ ਡਿਫਰੈਂਟ ਤਰੀਕੇ ਦੇ ਨਾਲ ਇਸ ਸ਼ਬਦ ਨੂੰ ਪੜ੍ਹਦਾ ਹੋਵੇ। ਤੂੰ ਠਾਕੁਰ ਤੁਮ, ਤੇ ਇਹ ਕੀ ਇਹ ਗਾਣੇ ਦੀ ਧੁਨ ਨਹੀਂ ਹੈ? ਗਿਆਨੀ ਪਿੰਦਰਪਾਲ ਜੀ ਨੇ ਇੱਕ ਵਾਰ ਕਥਾ ਦੇ ਵਿੱਚ ਇਹ ਗੱਲ ਕਰਦਿਆਂ ਹੋਇਆ ਕਿਹਾ ਸੀ ਕਿ ਇਹ ਜਿਹੜੀ ਧੁਨ ਆ, ਕਾਲਾ ਡੋਰੀਆ, ਇਹ ਉਹਦੇ ਨਾਲ ਸੰਬੰਧਿਤ ਆ, ਉਸ ਲੈ, ਉਸ ਤਰਜ ਤੋਂ ਇਹ ਬਣੀ ਆ। ਤੂੰ ਠਾਕੁਰ ਤੁਮ ਪਹਿ ਅਰਦਾਸ। ਸਾਨੂੰ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ। ਗੁਰਬਾਣੀ ਦਾ ਹੋਕਾ, ਜੇ ਅਸੀਂ ਅੱਜ ਰੌਲਾ ਪਾ ਰਹੇ ਹਾਂ ਜੀ, ਦੂਜੀਆਂ ਧਿਰਾਂ, ਦੂਜੇ ਧਰਮ ਜੀ ਬੜੇ ਪ੍ਰਫੁੱਲਤ ਹੋ ਗਿਆ ਜੀ, ਅੰਮ੍ਰਿਤਸਰ ਇਕੱਠ ਹੋ ਗਿਆ, ਤੇ ਜਦੋਂ ਅਸੀਂ ਆਪਣੇ ਰਾਗੀਆਂ ਨੂੰ, ਆਪਣੇ ਗ੍ਰੰਥੀਆਂ, ਆਪਣੇ ਪ੍ਰਚਾਰਕਾਂ ਨੂੰ ਐਵੇਂ ਡੀਮੋਟੀਵੇਟ ਕਰਾਂਗੇ ਤੇ ਕਿਵੇਂ ਗੱਲ ਬਣੇਗੀ ਫਿਰ? ਇਸ ਕਰਕੇ ਗਿਆਨੀ ਸੋਹਣ ਸਿੰਘ ਜੀ ਸੀਤਲ ਸਾਹਿਬ, ਉਹਨਾਂ ਦਾ ਜਨਮ ਦਿਨ ਹੋਣ ਦੇ ਕਰਕੇ ਮੈਂ ਥੋੜ੍ਹੀਆਂ ਜਿਹੀਆਂ ਵਿਚਾਰਾਂ ਜਿਹੜੀਆਂ ਨੇ ਉਹ ਆਪ ਜੀ ਦੇ ਨਾਲ ਕੀਤੀਆਂ ਕਿ ਜ਼ਰੂਰੀ ਹੈ ਆਪਣੇ ਰਾਗੀਆਂ, ਢਾਡੀਆਂ, ਗ੍ਰੰਥੀਆਂ, ਪ੍ਰਚਾਰਕਾਂ ਦੀ ਸੰਭਾਲ ਕਰਨੀ। ਇਹ ਕੌਮ ਦਾ ਬੜਾ ਵੱਡਾ ਸਰਮਾਇਆ ਨੇ। ਗਿਆਨੀ ਸੋਹਣ ਸਿੰਘ ਜੀ ਸੀਤਲ ਸਾਹਿਬ, ਉਹਨਾਂ ਨੇ 1935 ਈਸਵੀ ਦੇ ਵਿੱਚ ਆਪਣਾ ਢਾਡੀ ਜਥਾ ਬਣਾਇਆ ਸੀ ਤੇ ਢਾਡੀ ਵਾਰਾਂ ਗਾਉਣੀਆਂ ਸ਼ੁਰੂ ਕਰ ਦਿੱਤੀਆਂ। ਤੇ ਕਾਦੀਵਿੰਡ ਤੋਂ ਥੋੜੀ ਜਿਹੀ ਦੂਰੀ ਤੇ ਨਗਰਿਆ ਲਲਿਆਣੀ, ਉੱਥੋਂ ਦੇ ਇੱਕ ਮੁਸਲਮਾਨ ਨੇ, ਜਿਹੜਾ ਬਜ਼ੁਰਗ ਸੀ ਬਾਬਾ ਚਿਰਾਗ ਦੀਨ ਦੇ ਕੋਲੋਂ, ਉਹਨਾਂ ਨੇ ਢੱਡ ਤੇ ਸਾਰੰਗੀ ਸਿੱਖੀ ਜੀ, ਇੱਕ ਮੁਸਲਮਾਨ ਦੇ ਕੋਲੋਂ। ਤੇ ਗੱਲ ਮੈਂ ਇੱਥੋਂ ਸ਼ੁਰੂ ਕੀਤੀ ਸੀ ਕਿ ਗੁਣ ਜਿਹੜਾ ਸਿੱਖਣਾ ਆ, ਉਹ ਕਿਸੇ ਦੇ ਪਾਸੋਂ ਵੀ ਸਿੱਖਿਆ ਜਾ ਸਕਦਾ ਆ। ਹੁਣ ਇਹ ਮੁਸਲਮਾਨ ਚਿਰਾਗ ਦੀਨ, ਉਹਦੇ ਪਾਸੋਂ ਸੋਹਣ ਸਿੰਘ ਜੀ ਸੀਤਲ ਸਾਹਿਬ ਜਿਹੜੇ ਉਹ ਢੱਡ ਤੇ ਸਾਰੰਗੀ ਸਿੱਖਦੇ ਆ। ਤੇ ਗਿਆਨੀ ਸੋਹਣ ਸਿੰਘ ਜੀ ਸੀਤਲ ਸਾਹਿਬ ਨੇ ਸਿੱਖ ਇਤਿਹਾਸ ਦਾ ਡੂੰਘਾ ਅਧਿਐਨ ਕੀਤਾ। ਆਪ ਜੀ ਹਿੰਦੀ, ਪੰਜਾਬੀ, ਉਰਦੂ, ਅੰਗਰੇਜ਼ੀ ਤੇ ਹੋਰ ਵੀ ਕਈਆਂ ਭਾਸ਼ਾਵਾਂ ਦੀ ਜਾਣਕਾਰੀ ਰੱਖਦੇ ਨੇ। ਜਿੱਥੇ ਆਪ ਇੱਕ ਚੰਗੇ ਵਿਆਖਿਆਕਾਰ ਸੀ, ਉੱਥੇ ਆਪ ਜੀ ਇੱਕ ਬਹੁਤ ਚੰਗੇ ਕਵੀ ਵੀ ਸਨ। ਥੋੜ੍ਹੇ ਸਮੇਂ ਵਿੱਚ ਆਪ ਜੀ ਨੇ ਢਾਡੀ ਦੇ ਤੌਰ ਤੇ ਚੰਗੀ ਪ੍ਰਸਿੱਧੀ ਜਿਹੜੀ ਆ ਉਹ ਪ੍ਰਾਪਤ ਕਰ ਲਈ। 23 ਸਤੰਬਰ 1998 ਵਾਲੇ ਦਿਨ ਮਹਾਨ ਸਾਹਿਤਕਾਰੀ ਢਾਡੀ ਗਿਆਨੀ ਸੋਹਣ ਸਿੰਘ ਜੀ ਸੀਤਲ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਉਹਨਾਂ ਦੀਆਂ ਜਿਹੜੀਆਂ ਕੁਝ ਲਿਖਤਾਂ ਸਾਨੂੰ ਪ੍ਰਾਪਤ ਹੁੰਦੀਆਂ ਨੇ, ਜਿਨ੍ਹਾਂ ਲਿਖਤਾਂ ਦੇ ਵਿੱਚ ਅਸੀਂ ਪੜ੍ਹਦੇ ਹਾਂ ਕਿ ਉਹਨਾਂ ਦਾ, ਜਦੋਂ ਮੈਂ ਗੀਤ ਲਿਖਦਾ ਹਾਂ, ਝਾਂਜਰ ਨਾਸ਼ਨ ਕਾ ਤਮਾਸ਼ਾਈ, ਗੂੰਗਾ ਏ ਪਿਆਰ, ਸੂਲੀ ਚੜ ਮਨਸੂਰ ਪੁਕਾਰੇ, ਗਜ਼ਲ ਆ, ਸਿਰ ਝੁਕਾਉਂਦੇ ਨੇ ਸਿਆਣੇ, ਜ਼ੁਬਾਨੀ, ਪਿਆਲਾ, ਲੇਲੀ, ਇਸ ਪ੍ਰਕਾਰ ਦੇ ਬਹੁਤ ਸਾਰੇ ਉਹਨਾਂ ਦੇ ਨਾਵਲ ਵੀ ਜਿਹੜੇ ਉਹ ਬੜੇ ਮਕਬੂਲ ਹੋਏ ਜੀ ਉਸ ਵੇਲੇ। ਉਹਨਾਂ ਵੱਲੋਂ ਲਿਖੇ ਹੋਏ ਕੁਝ ਜਿਹੜੇ ਨਾਵਲ ਨੇ, ਉਹ ਜਿਵੇਂ ਉਹਨਾਂ ਦੀਆਂ ਪ੍ਰਸਿੱਧ ਪ੍ਰਸੰਗ ਨੇ, ਸੀਤਲ ਕਿਰਨਾਂ, ਸੀਤਲ ਸੁਨੇਹੇ, ਸੀਤਲ ਹੰਝੂ, ਸੀਤਲ ਹੁਲਾਰੇ। ਉਹਨਾਂ ਨੇ ਕੁੱਲ 22 ਨਾਵਲ ਲਿਖੇ ਆ ਜੀ ਗਿਆਨੀ ਸੋਹਣ ਸਿੰਘ ਸੀਤਲ ਸਾਹਿਬ ਨੇ, ਜਿਨ੍ਹਾਂ ਵਿੱਚੋਂ ਜੰਗ ਜਾਂ ਅਮਨ, ਤੂਤਾਂ ਵਾਲਾ ਖੂਹ, ਯੁੱਗ ਬਦਲ ਗਿਆ, ਇਹ ਉਹਨਾਂ ਦੇ ਪ੍ਰਸਿੱਧ ਨਾਵਲ ਨੇ। ਮੈਂ ਦੁਬਾਰਾ ਬੋਲਦਿਆਂ, ਹੋ ਸਕਦਾ ਤੁਹਾਡੇ ਵਿੱਚੋਂ ਕੋਈ ਜ਼ਰੂਰ ਇਹਨਾਂ ਨੂੰ ਪੜ੍ਹਨ ਦਾ ਜਾਂ ਲੱਭਣ ਦਾ ਯਤਨ ਕਰੇ। ਹੁਣ ਤੇ ਬਹੁਤ ਸੌਖਾ ਹੈ ਜੀ, ਟੈਲੀਗ੍ਰਾਮ ਦੇ ਉੱਤੇ ਸਾਰੇ ਕਿਤਾਬਾਂ, ਪੁਸਤਕਾਂ ਜਿਹੜੀਆਂ ਉਹ ਸਾਨੂੰ ਪ੍ਰਾਪਤ ਹੋ ਜਾਂਦੀਆਂ। ਸਾਨੂੰ ਪੜ੍ਹਨ ਦਾ ਸ਼ੌਂਕ ਜ਼ਰੂਰ ਪਾਲਣਾ ਚਾਹੀਦਾ। ਉਹਨਾਂ ਦੇ ਪ੍ਰਸਿੱਧ ਨੇ ਜਿਹੜੇ ਜੰਗ ਜਾਂ ਅਮਨ ਨਾਵਲ ਦਾ ਨਾਂ ਆ, ਤੂਤਾਂ ਵਾਲਾ ਖੂਹ, ਤੇ ਤੀਜਾ ਜਿਹੜਾ ਵਧੇਰੇ ਮਕਬੂਲ ਹੋਇਆ ਯੁੱਗ ਬਦਲ ਗਿਆ, ਇਹ ਪ੍ਰਸਿੱਧ ਨੇ। ਪਰ ਟੋਟਲ ਉਹਨਾਂ ਦੇ 22 ਨਾਵਲ ਹਨ। ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਉਹਨਾਂ ਜਿਹੜੀਆਂ ਖੋਜਾਂ ਕੀਤੀਆਂ ਨੇ, 5 ਜਲਦਾਂ ਵਿੱਚ ਸਿੱਖ ਇਤਿਹਾਸ ਦੇ ਸੋਮੇ, ਉਹਨਾਂ ਨੇ ਇਹ ਸਾਰੇ ਦੇ ਸਾਰੇ ਜਿਹੜੇ ਹਨ ਉਹ ਘਾਲੀ ਆ ਗਿਆਨੀ ਸੋਹਣ ਸਿੰਘ ਜੀ ਸੀਤਲ ਸਾਹਿਬ, ਜਿਨ੍ਹਾਂ ਦਾ ਅੱਜ ਆਪਾਂ ਜਨਮ ਦਿਨ ਮਨਾ ਰਹੇ ਹਾਂ। ਤੇ ਕਾਵਿ ਜਗਤ ਨਾਲ ਪਿਆਰ ਕਰਨ ਵਾਲੇ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਗਿਆਨੀ ਸੋਹਣ ਸਿੰਘ ਜੀ ਸੀਤਲ ਸਾਹਿਬ ਢਾਡੀਆਂ ਦੇ ਪਿਤਾਮਾ ਜੀ ਦੇ ਜਨਮ ਦਿਨ ਦੀਆਂ।